अस्सलाम वालेकुम मेरे वीर ते वीरनियों की हाल जे तुहाडा ठीक हो। उम्मीद है कि तुसी ठीक होवोगे, खैरियत नाल होवोगे ते तुसी भी कहंदे होवोगे जी की इहदे घर रोज़ ही चौल पकदे रहिंदे ने, रोज़ ही चौल पकदे रहिंदे ने, होर कुछ खांदे ही नहीं। भाई मैं की करां, है मेरे बच्चे खांदे ही चौल ने, चौल खा खा के चौलां वर्गा मूँह हो गया इन्हां दा। कोई ताकत वाली चीज़ खान तो कोई ਚੱਜਦਾ ਵੱਡੇ ਵੀ ਹੋਣ ਤੇ ਮੋਟੇ ਤਾਜ਼ੇ ਵੀ ਹੋਣ। ਤੁਸੀਂ ਦੇਖਿਆ ਹੀ ਹੈ ਨਾਸਰ ਨੂੰ ਮੁਬੀਨ ਨੂੰ। ਲਓ ਜੀ ਹੁਣ ਆ ਗਿਆ ਜੇ ਜੈਮ ਸਾਹਿਬ, ਜੈਮ ਲੈ ਕੇ ਆ ਗਏ ਨੇ ਜੀ। ਸਾਨੂੰ ਕਹਿੰਦੇ ਨੇ ਲਾ ਕੇ ਦੇਵੋ ਜੈਮ। ਬਰੈਡਾਂ ਮੇਰੇ ਕੋਲ ਸਿਰਫ ਪਈਆਂ ਹੋਈਆਂ ਸੀ 4। ਮੈਂ ਕਿਹਾ ਲੈ ਵੀ ਪੁੱਤਰ ਤੈਨੂੰ ਜੈਮ ਲਾ ਕੇ ਦਿੰਨੀ ਹਾਂ ਅਸੀਂ ਫਿਰ, ਕਿਉਂਕਿ ਪਕਾਣੇ ਨੇ ਚੌਲ ਤੇ ਨਾਲ ਇੱਕ ਯੂਨੀਕ ਜੀ ਚਟਣੀ। ਇਹ ਪੂਰੀ ਰੈਸਪੀ ਤੁਸੀਂ ਮੇਰੀ ਦੇਖਣਾ, ਇੰਜ ਤੁਹਾਨੂੰ ਮੈਂ ਦੱਸਾਂਗੀ ਕਿ ਇੱਕ ਚੌਲਾਂ ਨਾਲ ਇੱਕ ਹੋਰ ਚਟਣੀ ਵੀ ਹੁੰਦੀ ਹੈ, ਬੜੇ ਮਜ਼ੇਦਾਰ ਤਰੀਕੇ ਦੇ ਨਾਲ ਖਾਧੀ ਜਾਂਦੀ ਹੈ। ਬੜੇ ਘੱਟ ਲੋਕਾਂ ਨੂੰ ਉਹਦੇ ਬਾਰੇ ਪਤਾ ਹੈਗਾ ਹੈ ਜੀ। ਲਓ ਜੀ ਫਿਰ ਮੈਂ ਕਿਹਾ ਜੀ ਇਹਨੂੰ ਆ ਦਰਮਿਆਨ ਦੇ ਵਿੱਚੋਂ ਵੱਢ ਵੁੱਢ ਲਈਏ ਤੇ ਇਹਦੇ ਪੀਸ ਪੂਸ ਸੋਹਣੇ ਸੋਹਣੇ ਬਣਾ ਲਈਏ ਤੇ ਆਪਣੇ ਪੁੱਤਰ ਨੂੰ, ਸ਼ਹਿਜ਼ਾਦੇ ਵਰਗੇ ਪੁੱਤਰ ਨੂੰ ਦੇਵਾਂ ਜੀ ਜਾ ਕੇ ਨਾਸ਼ਤਾ, ਕਿਉਂਕਿ ਅੱਜ ਹੈਗਾ ਸੀਗਾ ਜੀ ਜੁਮਾ ਤੇ ਉਹਨੂੰ ਨਾ ਫਿਰ ਲੱਗੀ ਸੀ ਭੁੱਖ ਤੇ ਚੌਲਾਂ ਨੂੰ ਸੀ ਜ਼ਰਾ ਦੇਰ। ਮੈਂ ਕਿਹਾ ਲੈ ਵੀ ਪੁੱਤਰ, ਕਿਉਂਕਿ ਦੇਰ ਨਾਲ ਉੱਠਿਆ ਸੀ ਅੱਜ, ਉਹਨੂੰ ਛੁੱਟੀ ਸੀ, ਉਹ ਘਰ ਹੀ ਸੀ ਅੱਜ। ਤੇ ਲਓ ਜੀ ਅਸੀਂ ਬ੍ਰੈਡ ਬਰੂਡ ਡਿਜ਼ਾਈਨ ਡਜ਼ੂਨ ਬਣਾ ਲਿਆ ਥੋੜ੍ਹਾ ਜਿਹਾ ਤੇ ਜੈਮ ਜੂਮ ਲਾ ਲਈ ਹੈ ਵਿੱਚ ਤੇ ਇਹਨੂੰ ਦੇ ਚੱਲੇ ਹੈਗੇ ਨਾਸ਼ਤਾ। ਨਾਸ਼ਤਾ ਦੇਣ ਤੋਂ ਬਾਅਦ ਜੀ ਫਿਰ ਕੋਈ ਹੋਰ ਕੰਮ ਕਰਾਂਗੇ। ਚਾਹ ਦੇਖੀ, ਮੈਂ ਕਿਹਾ ਚਾਹ ਮੈਨੂੰ ਜ਼ਰਾ ਥੋੜ੍ਹੀ ਲੱਗਦੀ ਪਈ। ਇਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਵਿੱਚ ਦੁੱਧ ਹੋਰ ਪਾਇਆ ਤੇ ਉਹਨੂੰ ਪੱਕਣ ਵਾਸਤੇ ਰੱਖ ਦਿੱਤਾ। ਇੱਧਰੋਂ ਜੀ ਪ੍ਰੈਸ਼ਰ ਮੇਰਾ ਉਲਟੀਆਂ ਕਰਦਾ ਪਿਆ ਸੀ। ਮੈਨੂੰ ਨਾ ਇਹਦਾ ਪਾਣੀ ਜਿਹੜਾ ਨਾ ਬਾਹਰ ਨਿਕਲਣ ਲੱਗਾ। ਮੈਂ ਕਿਹਾ ਲੈ ਵੀ ਇਹ ਤਾਂ ਕੰਮ ਹੋ ਗਿਆ ਜੇ ਖ਼ਰਾਬ। ਤੇ ਇਹਦਾ ਹੁਣ ਨਾ ਚੰਗੀ ਤਰ੍ਹਾਂ ਤੇ ਨਿਕਲੇ ਪਾਣੀ, ਹਵਾ, ਸਾਰਾ ਕੁਛ ਤੇ ਫਿਰ ਹੀ ਮੈਂ ਇਹਨੂੰ ਖੋਲ੍ਹਾਂ। ਚਨੇ ਜਿਹੜੇ ਨੇ ਨਾ ਮੇਰੇ ਥੋੜ੍ਹੇ ਜਿਹੇ ਹੋਰ ਗਲ ਗੁੱਲ ਹੀ ਗਏ। ਇੱਧਰੋਂ ਚਾਹ ਵੀ ਮੇਰੀ ਤਿਆਰ ਹੋ ਗਈ ਹੈ। ਮੈਂ ਕਿਹਾ ਲੈ ਵੀ ਮੈਂ ਆਪਣੇ ਪੁੱਤਰ ਨੂੰ ਸੋਹਣੇ ਜਿਹੇ ਨੂੰ ਦੇਵਾਂ ਚਾਹ ਪਾ ਕੇ, ਇਹ ਤੇ ਨਾਸ਼ਤਾ ਕਰੇ ਤੇ ਜਿੰਨੀ ਦੇਰ ਬਣਦੇ ਨੇ ਚੌਲ ਤੇ ਥੋੜ੍ਹਾ ਜਿਹਾ ਮਸਲਨ ਕਿ ਨਾ ਆਸਰਾ ਹੋ ਜਾਏਗਾ ਪੇਟ ਦੇ ਵਿੱਚ। ਲਓ ਜੀ ਭਾਂਡੇ ਜਿਹੜੇ ਧੋਣ ਵਾਲੇ ਵਾਹਵਾ ਸਾਰੇ ਹੋ ਗਏ ਨੇ ਜੇ ਇਕੱਠੇ, ਕਿਉਂਕਿ ਇੱਕ ਇੱਕ ਭਾਂਡਾ ਵੀ ਇਕੱਠਾ ਕਰਦੇ ਜਾਈਏ ਤੇ ਅੱਲਾ ਹੀ ਮਾफ़ ਕਰੇ ਸਿੰਕ ਭਰਿਆ ਜਾਂਦਾ। ਨਾਲ ਦੀ ਨਾਲ ਕਿਚਨ ਨੀਟ ਕਰਦੇ ਜਾਵਾਂਗੇ ਤੇ ਨਾਲ ਦੀ ਨਾਲ ਕੰਮ ਨਿਬੇੜਦੇ ਜਾਵਾਂਗੇ। ਲਓ ਜੀ ਪ੍ਰੈਸ਼ਰ ਸਾਡੇ ਦੀ ਹੋ ਗਈ ਹੈ ਹਾਲਤ ਖ਼ਰਾਬ ਤੇ ਚਨੇ ਸਾਡੇ ਗਏ ਨੇ ਗਲ। ਚਨਿਆਂ ਵਾਲਾ ਬਣਾਉਂਦੀ ਪਈ ਹਾਂ ਮੈਂ ਅੱਜ ਪਲਾਓ, ਕਦੀ ਆਲੂਆਂ ਵਾਲਾ ਤੇ ਕਦੀ ਚਨਿਆਂ ਵਾਲਾ ਤੇ ਕਦੀ ਬਿਰਿਆਨੀ ਜੀ, ਇਹੀ ਸਿਸਟਮ ਚੱਲਦੇ ਨੇ। ਇਹ ਪਏ ਹੋਏ ਨੇ ਜੀ ਅਸਲ ਰੈਸਪੀ। ਇਹ ਰੈਸਪੀ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਜਿਹੜੀ ਚੌਲਾਂ ਦੇ ਨਾਲ ਤੁਸੀਂ ਖਾਓਗੇ ਬਣਾ ਕੇ ਤੇ ਬੜੀ ਮਜ਼ੇਦਾਰ ਲੱਗੇਗੀ ਜੀ। ਲਓ ਜੀ ਦੇਚਕੀ ਅਸੀਂ ਚੜ੍ਹਾ ਦਿੱਤੀ ਹੈ ਉੱਤੇ ਤੇ ਪਿਆਜ਼ ਰੱਖ ਦਿੱਤੇ ਨੇ ਉੱਤੇ ਗਰਮ ਹੋਣ ਵਾਸਤੇ ਹੈ। ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੋਂ ਤੱਕ ਤਾਂ ਪਹੁੰਚ ਹੀ ਗਏ ਹੋ, ਦੇਖਦੇ ਪਿਓ ਨਾ, ਤੁਹਾਡੇ ਨਾਲ ਗੱਲ ਕਰਦੀ ਪਈ ਹਾਂ ਜਿਹੜੇ ਤੁਸੀਂ ਮੈਨੂੰ ਦੇਖਦੇ ਪਿਓ ਹੈ, ਵੀਡੀਓ ਮੇਰੀ ਦੇਖਦੇ ਹੀ ਪਿਓ ਨਾ। ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਵੀ ਲੱਗਦੀਆਂ ਨੇ ਕਿ ਨਹੀਂ ਲੱਗਦੀਆਂ, ਕਿ ਮੈਂ ਐਵੇਂ ਹੀ ਬੋਲੀ ਜਾਂਦੀ ਹਾਂ ਤੁਸੀਂ ਮੈਨੂੰ ਦੱਸਦੇ ਹੀ ਕੁਛ ਨਹੀਂ ਕਮੈਂਟ 'ਚ। 4-5 ਬੰਦੇ ਸਾਰੇ ਆਉਂਦੇ ਨੇ ਕਮੈਂਟ ਕਰਕੇ ਚਲੇ ਜਾਂਦੇ ਨੇ। ਉਸ ਤੋਂ ਬਾਅਦ ਜੀ ਅੱਲਾ ਅੱਲਾ ਤੇ ਖੈਰ ਸੱਲਾ ਹੈ। ਉਹ ਭੈਣੋ ਤੇ ਭਰਾਵੋ, ਵੀਰ ਤੇ ਵੀਰਣੀਓ, ਕੁਛ ਦੱਸਿਆ ਵੀ ਕਰੋ, ਕੁਛ ਪੁੱਛਿਆ ਵੀ ਕਰੋ ਹੈ, ਕੁਛ ਕਮੈਂਟ ਸ਼ਮੈਂਟ 'ਚ ਦੱਸਿਆ ਵੀ ਕਰੋ ਸਾਨੂੰ ਕਿ ਇਹ ਜੀ ਗੱਲ ਤੁਹਾਡੀ ਸਾਨੂੰ ਚੰਗੀ ਲੱਗੀ ਨਹੀਂ ਲੱਗੀ ਹੈ, ਦੱਸੋ ਮੈਨੂੰ। ਬੜੀਆਂ ਗੱਲਾਂ ਜੀ ਕਰਨ ਵਾਲੀਆਂ, ਮੈਂ ਤੇ ਗੱਲ ਹੀ ਕੋਈ ਨਹੀਂ ਕਰਦੀ, ਬਸ ਚੁੱਪ ਕਰਕੇ ਬੈਠੀ। ਮੇਰੀ ਗੱਲ ਸੁਣਨਾ। ਓਏ ਹੁਣ ਤੂੰ ਮੈਨੂੰ ਗੱਲਾਂ ਸੁਣਾਏਂਗਾ? ਕੀ ਸੁਣਾਉਣੀਆਂ ਨੇ ਤੂੰ ਗੱਲਾਂ ਹੈ? ਹਰ ਟਾਈਮ ਮੈਂ ਇਹਨਾਂ ਦੀ ਸੁਣਦੀ ਰਹਿੰਦੀ ਹਾਂ ਸਾਰਾ ਦਿਨ। ਅੰਮੀ ਜੀ ਇਹ ਸੁਣਨਾ, ਅੰਮੀ ਜੀ ਉਹ ਸੁਣਨਾ, ਅੰਮੀ ਜੀ ਸਾਰਾ ਦਿਨ ਇਹ ਅੰਮੀ ਜੀ ਕਰਦੇ ਰਹਿੰਦੇ ਨੇ। ਖਰਾਬ ਕਰਤਾ ਇਹਨਾਂ ਬੱਚਿਆਂ ਨੇ ਮੇਰਾ। ਸਵੇਰੇ ਉਠੋ ਅੰਮੀ ਜੀ, ਦੁਪਹਿਰੇ ਅੰਮੀ ਜੀ, ਸਾਰਾ ਦਿਨ ਅੰਮੀ ਜੀ। ਹੁਣ ਮੈਂ ਕੀ ਉਹ ਕੀ ਸੁਣਾਉਣਾ ਹੈ ਪੁੱਤਰ, ਤੂੰ ਦੱਸ ਮੈਨੂੰ ਕੀ ਸੁਣਾਉਣਾ ਹੈ ਤੂੰ? मैं कह रहा था मुझे रोटी पका दे। ਲੈ ਹੋਰ ਦੱਸੋ, ਚੌਲ ਪੱਕਦੇ ਪਏ ਨੇ, ਇਹਨੂੰ ਰੋਟੀ ਚਾਹੀਦੀ ਹੈ ਹੁਣ ਹੈ। ਵੱਡੇ ਨੂੰ ਹਜੇ ਹੁਣ ਬ੍ਰੈਡ ਦੇ ਕੇ ਆਈ ਹੈ, ਇਹਨੂੰ ਰੋਟੀ। ਜ਼ਰਾ ਸਬਰ ਕਰ, ਚਾਵਲ ਪੱਕਦੇ ਪਏ ਨੇ, ਚਾਵਲ ਖਾਈ। ਚੱਲ ਤੂੰ ਹਜੇ ਮੈਨੂੰ ਕਿਚਨ 'ਚੋਂ ਨਿਕਲ ਜਾ ਬਾਹਰ। ਲਓ ਜੀ ਗਾਈਜ਼ ਇਹ ਦੇਖੋ ਜੀ ਇਹਨਾਂ ਦੇ ਕੰਮ ਚੈੱਕ ਕਰੋ, ਕਸਮ ਨਾਲ ਇੰਨਾ ਤੰਗ ਕਰਦੇ ਨੇ। ਇੱਧਰ ਮੈਨੂੰ ਚਾਈਨੀਜ਼ ਨਮਕ ਪਹਿਲੇ ਡਾਲਣਾ ਵਿੱਚ ਭੁੱਲ ਗਿਆ, ਜਿਹਨੂੰ ਜੀਨਾ ਮੋਤੀ ਵੀ ਕਹਿੰਦੇ ਨੇ। ਇਹਦੇ ਨਾਲ ਚੌਲਾਂ ਦਾ ਬੜਾ ਚੰਗਾ ਟੇਸਟ ਆਉਂਦਾ। ਇਹਨਾਂ ਦੇ ਸਿਆਪਿਆਂ ਦੇ ਵਿੱਚ ਕੰਮ ਹੀ ਖ਼ਰਾਬ ਹੋ ਜਾਂਦਾ। ਤੁਸੀਂ ਨਾ ਪੁੱਛੋ, ਬੜਾ ਮੈਨੂੰ ਤੰਗ
ਕਰਦੇ ਨੇ ਜੀ ਬੱਚੇ ਸਾਰਾ ਦਿਨ ਇਹਨਾਂ ਦੀਆਂ ਫਰਮਾਇਸ਼ਾਂ ਹੀ ਨਹੀਂ ਮੁੱਕਦੀਆਂ। ਸਾਰਾ ਦਿਨ ਇਹਨਾਂ ਨੂੰ ਇੰਨਾ ਨਹੀਂ ਖਿਆਲ ਆਉਂਦਾ ਕਿ ਸਾਡੀ ਮਾਂ ਕੰਮ ਕਰਦੀ ਹੈ, ਸਾਰਾ ਦਿਨ ਕਿਚਨ 'ਚ ਖੜੀ ਰਹਿੰਦੀ ਹੈ। ਹੁਣ ਮੈਂ ਚਟਣੀ ਤੁਹਾਨੂੰ ਦੱਸਣੀ ਹੈ ਰੈਸਪੀ, ਤੇ ਇਹਨਾਂ ਨੇ ਆਪਣਾ ਹੀ ਸਿਆਪਾ ਪਾ ਲਿਆ। ਲਓ ਜੀ, ਮੈਂ ਪਿਆਜ਼ ਕੱਟ ਕੇ ਰੱਖੇ ਹੋਏ ਸੀ, ਇਹਨਾਂ ਨੂੰ ਪਿਆਜ਼ਾਂ ਨੂੰ ਮੈਂ ਪਾਤਾ ਗ੍ਰੈਂਡਰ ਦੇ ਵਿੱਚ, ਤੇ ਇੱਕ ਵਿੱਚ ਪਾ ਦਿੱਤਾ ਟਮਾਟਰ ਵੱਢ ਵੁੱਢ ਕੇ। ਇਹਨੂੰ ਚੰਗੀ ਤਰ੍ਹਾਂ ਜੀ ਗ੍ਰੈਂਡ ਕਰ ਲੈਣਾ। ਹੁਣ ਗ੍ਰੈਂਡ ਕਰਕੇ ਤੇ ਇਹਦੀ ਤਿਆਰ ਕਰਨੀ ਜੇ ਚਟਣੀ ਹੈ। ਇਹ ਚਟਣੀ ਇੰਨੀ ਕੁ ਮਜ਼ੇਦਾਰ ਤਿਆਰ ਹੁੰਦੀ ਹੈ, ਤੁਹਾਨੂੰ ਮੈਂ ਕੀ ਦੱਸਾਂ। ਲਓ ਜੀ, ਇਹਨੂੰ ਹੁਣ ਨਾ ਅਸੀਂ ਨਾ ਆਪਣਾ ਜਿਹੜਾ ਗ੍ਰੈਂਡਰ ਹੈਗਾ ਨਾ ਘੁਮਾਈ ਜਾਣਾ ਜਦੋਂ ਤੱਕ ਇਹ ਚੰਗੀ ਤਰ੍ਹਾਂ ਗ੍ਰੈਂਡ ਨਾ ਹੋ ਜਾਵੇ। ਗ੍ਰੈਂਡ ਹੋਏਗੀ ਤੇ ਇੰਨੀ ਮਜ਼ੇਦਾਰ ਚਟਣੀ ਤਿਆਰ ਹੋਏਗੀ। ਤੁਸੀਂ ਇੱਕ ਦਫਾ ਟਰਾਈ ਕਰਕੇ ਦੇਖਣਾ ਚੌਲਾਂ ਨਾਲ। ਤੁਹਾਨੂੰ ਚੰਗੀ ਨਾ ਲੱਗੇ ਤਾਂ ਫਿਰ ਤੁਸੀਂ ਮੈਨੂੰ ਕਮੈਂਟ 'ਚ ਆ ਕੇ ਦੱਸਣਾ ਕਿ ਨਹੀਂ ਜੀ ਤੁਸੀਂ ਤਾਂ ਦੱਸੀ ਨਹੀਂ ਸੀ ਚੰਗੀ, ਸਾਡੀ ਚੰਗੀ ਨਹੀਂ ਬਣੀ। ਕਸਮ ਨਾਲ ਤੁਸੀਂ ਇਹੀ ਕਹੋਗੇ ਆ ਕੇ ਕਿ ਬੜੀ ਚੰਗੀ ਚਟਣੀ ਤਿਆਰ ਹੋਈ ਸੀ। ਲਓ ਜੀ, ਹੁਣ ਚਟਣੀ ਜਿਹੜੀ ਹੈਗੀ ਸਾਡੀ ਜਿਹੜੀ ਤਕਰੀਬਨ ਹੋ ਚੁੱਕੀ ਹੈ ਤਿਆਰ। ਅਸੀਂ ਹੁਣ ਇਹਨੂੰ ਲੈਂਦੇ ਹਾਂ ਕੱਢ। ਇਹਨਾਂ ਬੱਚਿਆਂ ਨੇ ਨਾ ਇੱਕ ਤਾਂ ਦਿਮਾਗ ਖ਼ਰਾਬ ਕੀਤਾ ਹੋਇਆ ਇਹਦੇ 'ਚ ਮੈਨੂੰ ਭੁੱਲ ਹੀ ਗਿਆ ਕਿ ਇਹਦੇ 'ਚ ਥੋੜ੍ਹਾ ਜਿਹਾ ਨਮਕ ਵੀ ਪਾਉਣਾ ਹੈਗਾ। ਹੁਣ ਉੱਤੋਂ ਮੈਂ ਨਮਕ ਪਾ ਕੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਕਰ ਲੈਂਦੇ ਹਾਂ ਮਿਕਸ। ਥੋੜ੍ਹਾ ਜਿਹਾ ਨਮਕ ਵੀ ਵਿੱਚ ਪਾਈਦਾ। ਇਹਨਾਂ ਦੇ ਚੱਕਰਾਂ ਦੇ ਵਿੱਚ ਤਾਂ ਚੀਜ਼ਾਂ ਹੀ ਬੰਦੇ ਨੂੰ ਭੁੱਲ ਜਾਂਦੀਆਂ ਨੇ। ਲਓ ਜੀ, ਹੁਣ ਚਟਣੀ ਦੇ ਵਿੱਚ ਨਮਕ ਪਾ ਲਿਆ ਜੀ, ਇਹਨੂੰ ਫੂੰਟ ਲਿਆ। ਬਸ ਅੰਦਰ ਬੈਠੇ ਹੋਏ ਨੇ ਸਾਰੇ ਬੰਦੇ ਹੁਣ ਇੰਤਜ਼ਾਰ 'ਚ ਵੀ ਕਦੋਂ ਚੀਜ਼ਾਂ ਆਉਣ ਤੇ ਅਸੀਂ ਇਹਨਾਂ 'ਤੇ ਬੋਲੀਏ ਹਮਲਾ ਖਾਈਏ ਤੇ ਫਿਰ ਮੈਂ ਹੁਣ ਲੱਗੀ ਹੋਈ ਸੀ ਕਿਚਨ 'ਚ। ਮੈਂ ਕਿਹਾ ਥੋੜ੍ਹਾ ਜਿਹੜਾ ਨਾਲ ਸੈਟਿੰਗ ਸਮਾਨ ਰੱਖਣਾ ਕਰਨਾ, ਨਾਲ ਦੀ ਨਾਲ ਨਿਬੇੜਦੇ ਜਾਈਏ ਕੰਮ। ਪਾਣੀ ਇੱਧਰ ਮੇਰਾ ਉਬਲਣਾ ਸ਼ੁਰੂ ਹੋ ਗਿਆ ਜੇ, ਤੇ ਹੁਣ ਮੈਂ ਪਾਣੇ ਨੇ ਇਹਦੇ ਵਿੱਚ ਚਾਵਲ ਪਾਉਂਦਿਆਂ ਹੋਇਆਂ ਮੇਰੇ ਉੱਤੇ ਪੈ ਗਿਆ ਛਿੱਟਾ। ਤੁਸੀਂ ਯਕੀਨ ਕਰੋ ਇੰਨਾ ਦਰਦ ਹੋਇਆ ਮੈਨੂੰ, ਮੈਂ ਤੁਹਾਨੂੰ ਕੀ ਦੱਸਾਂ। ਆਖਰ ਦੇ ਵਿੱਚ ਨਾ ਮੇਰੇ ਨਾ ਜਲਨ ਹੀ ਹੁੰਦੀ ਰਹੀ ਹੈ। ਦੇਖੋ ਉੱਥੇ ਮੈਨੂੰ ਛਿੱਟਾ ਪੈ ਗਿਆ। ਹਾਏ ਅੱਲਾ ਜੀ, ਕੀ ਕਰੇ ਬੰਦਾ। ਬੱਚਿਆਂ ਨੇ ਜਦੋਂ ਕਾਹਲੀ ਪਾਈ ਹੁੰਦੀ ਨਾ ਕੰਮਾਂ ਦੀ, ਤਾਂ ਫਿਰ ਬੜਾ ਹੀ ਮੁਸ਼ਕਿਲ ਹੁੰਦਾ ਹੈ ਬੰਦੇ ਨੂੰ। ਤੇ ਗਾਇਸ, ਤੁਸੀਂ ਦੱਸਣਾ ਕਿਹਨੂੰ ਚਨਿਆਂ ਵਾਲੇ ਚੌਲ ਪਸੰਦ ਨੇ, ਤੇ ਆਲੂ ਵਾਲੇ ਚੌਲ ਪਸੰਦ ਨੇ, ਤੇ ਚਿਕਨ ਵਾਲੇ ਚੌਲ ਪਸੰਦ ਨੇ। ਇੱਧਰ ਦੁੱਧ ਸਵੇਰੇ ਗੈਸ ਬੰਦ ਹੋ ਗਈ ਸੀ, ਦੁੱਧ ਦੁਬਾਰਾ ਪੱਕਣਾ ਰੱਖ ਦਿੱਤਾ ਸੀ। ਮੈਂ ਕਿਹਾ ਚੰਗੀ ਤਰ੍ਹਾਂ ਤੇ ਦੁੱਧ ਪੁੱਕ ਜਾਵੇ, ਨਹੀਂ ਤੇ ਕੱਚੀ ਸਮੈਲ ਆਉਂਦੀ ਰਹਿੰਦੀ ਦੁੱਧ। ਜਦੋਂ ਤੱਕ ਪੱਕਿਆ ਨਾ ਪਿਆ ਹੋਵੇ ਤੇ ਫਿਰ ਚਾਹ ਪੀਣ ਦਾ ਮਜ਼ਾ ਨਹੀਂ ਆਉਂਦਾ ਹੈਗਾ। ਲਓ ਜੀ, ਇੱਥੇ ਅਸੀਂ ਚਾੜ ਦਿੱਤਾ ਜੇ ਦਮ ਦੇਣ ਤੋਂ ਬਾਅਦ ਮਜ਼ੇ ਨਾਲ ਖਾਵਾਂਗੇ ਜਾ ਕੇ। ਬਹਿੰਦੇ ਹਾਂ ਜਦੋਂ ਤੱਕ ਦਮ ਤਿਆਰ ਹੁੰਦਾ ਇਹਦਾ। ਲਓ ਜੀ ਗਾਇਜ਼, ਹੁਣ ਸਾਡੇ ਚਾਵਲ ਹੋ ਗਏ ਨੇ ਤਿਆਰ। ਇਹ ਦੇਖੋ ਜੀ, ਇਹ ਹੋਈ ਹੈ ਜਿਹੜੀ ਚਟਣੀ ਤਿਆਰ, ਤੇ ਇਹਨਾਂ 'ਤੇ ਪਾਈਏ ਚਾਵਲਾਂ ਦੇ ਉੱਤੇ ਲਾਲ ਚਟਣੀ, ਪੀਲੇ ਚੌਲ, ਚਿੱਟਾ ਰਾਇਤਾ। ਬੜਾ ਮਜ਼ੇਦਾਰ ਰੰਗਤ ਸ਼ੰਗਤ ਨਿਕਲੀ ਹੈ ਜੀ। ਇਹ ਹੁਣ ਦੇਖੋ ਜੀ, ਇਹ ਦੇਖੋ ਮਜ਼ੇ ਨੇ। ਬਸ ਸਾਰੇ ਰਿਸ਼ਤੇਦਾਰ ਕਹਿੰਦੇ ਨੇ ਮਰ ਖੱਪ ਜਾਣਾ ਹੈਗਾ ਪਰਹੇਜ਼ ਕਰੋ। ਉਹ ਖਸਮਾਂ ਨੂੰ ਖਾਵੇ ਪਰਹੇਜ਼ ਖੜਾ ਹੋ ਕੇ ਇੱਥੇ ਡਾਈਟ ਕਰਕੇ ਮਰ ਜਾਈਏ ਉਸ ਤੋਂ ਬਾਅਦ ਠੀਕ ਵੀ ਨਾ ਹੋਈਏ। ਡਾਈਟ ਵੀ ਕਰੀਏ, ਮਰ ਖੱਪ ਜਾਵਾਂਗੇ ਤੇ ਕੀ ਹੋਏਗਾ? ਕੁਛ ਵੀ ਨਹੀਂ ਹੋਣਾ। ਖਾਓ, ਮਜ਼ੇ ਉਡਾਓ। ਰਿਸ਼ਤੇਦਾਰਾਂ ਨੇ ਚੱਕਣਾ ਹੈਗਾ, ਕਿਹੜਾ ਕਿਸੇ ਹੋਰ ਨੇ ਆ ਕੇ ਚੱਕਣਾ। ਲਓ ਜੀ, ਇਹ ਬੋਤਲਾਂ ਵੀ ਆ ਗਈਆਂ ਨੇ ਨਾਲ। ਇੰਜੋਏਮੈਂਟ ਹੈ ਜੀ, ਇੰਜੋਏਮੈਂਟ ਦੁਨੀਆ ਦੇ ਵਿੱਚ। ਹੋਰ ਕੀ ਹੈਗਾ? ਕੁਛ ਵੀ ਨਹੀਂ ਹੈਗਾ ਜੀ। ਪੀਵੋ, ਐਸ਼ਾਂ ਕਰੋ, ਮੌਜਾਂ ਕਰੋ। ਮੈਂ ਪੀਵਾਂਗੀ ਪਾਣੀ, ਬੱਚੇ ਪੀਣਗੇ ਕੋਈ ਥੋੜ੍ਹੀ ਜਿਹੀ ਪਰਹੇਜ਼ ਵੀ ਤਾਂ ਕਰਨੀ ਚਾਹੀਦੀ ਹੈ ਨਾ। ਲਓ ਜੀ ਗਾਇਜ਼, ਹੁਣ ਮੈਂ ਇਸ ਵੀਡੀਓ ਦਾ ਇੱਥੇ ਕਰਦੀ ਹਾਂ ਐਂਡ। ਮੈਂ ਥੱਕ ਗਈ ਹੈਗੀ ਹੁਣ ਮੈਂ ਕਰਾਂਗੀ ਥੋੜ੍ਹੀ ਦੇਰ ਰੈਸਟ। ਭਾਂਡੇ ਭੂੰਡੇ ਹੋ ਗਏ ਨੇ ਧੋਣ ਵਾਲੇ ਇਕੱਠੇ, ਅਤੇ ਚੱਲਦੇ ਹਾਂ ਕਿਚਨ ਦੇ ਵਿੱਚ। ਇਹਨਾਂ ਨੂੰ ਕੋਈ ਵਾਸ਼ ਕਰਦੇ ਹਾਂ ਜਾ ਕੇ, ਅਤੇ ਸਾਨੂੰ ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।